किताब विपरण की रीत तो सच दा मार्ग भाग तीजा। लेखक सरदार गुरबख्श सिंह काला अफगाना। चौथे कांड का दूजा भाग दुख भंजनी बेरी अते रजनी अते कोड़े पति वाली कहानी विचले सच झूठ की परख। वाहिगुरू जी का खालसा वाहिगुरू जी की फतेह। दुख भंजनी का अर्थ है दुखां का नाश करन वाली। गुरबाणी विचों कोई शब्द जां तुक नहीं मिलती जिथों माड़ा मोटा भी संकेत मिलता होवे कि कोई रुख जल कोई अस्थान जां अखियां नाल वेख्या जा सकण वाला कोई भी पदार्थ जीवां दे सरीरक जां मानसिक रोगां दे नाश करन दी करामाती शक्ति वाला कदे होया सी जां कदे अजिहा हो सकदा है। सतगुरु ग्रंथ साहिब जी का फरमान है कि दुख भंजन अथवा दुखां दे नाश करन दा दारू केवल परमात्मा का नाम है जो पूर्ण गुरु दे ज्ञान तो मिलता है। दुख भंजन तेरा नाम जी दुख भंजन तेरा नाम आठ पहर आराध्य पूर्ण सतगुर ज्ञान रहाओ। पन्ना 218। रोग सोग सब दोख बिनासै जपत नाम मुरारी। पन्ना 249। सर्ब रोग का औखद नाम कल्याण रूप मंगल गुण गाम। पन्ना 274। अनक उपावी रोग न जाए रोग मिटै हर अवखद लाए। पन्ना 288। सगल दुख का होवत नास नानक नाम जपो गुण तास। पन्ना 290। गुरबाणी ने सारे दुखां दे नाश करन वाला ਅਤੇ सदीवी आत्मक जिंदगी देण ਦੀ ਸ਼ਕਤੀ ਵਾਲਾ ਅੰਮ੍ਰਿਤ ਕੇਵਲ ਪ੍ਰਭੂ ਨਾਮ ਹੀ ਮੰਨਿਆ ਹੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ। ਪੰਨਾ 611। ਬੰਧਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ। पन्ना 395। अमृत नाम रसन नित जापै रोग रूप माया ना व्यापै। पन्ना 760। औखद नाम निर्मल जल अमृत पाइए गुरु दुआरी। पन्ना 616। नानक नाम जपै सो जीवै साध संग हर अमृत पीवै। पन्ना 200। उपर लिखे दसे ही गुरु शब्द शहीदां दे सरताज पंजवें गुरु नानक श्री गुरु अर्जन देव जी ਦੇ ਹੀ ਉਚਾਰੇ ਹੋਏ ਹਨ। ਕੇਵਲ ਪ੍ਰਭੂ ਨਾਮ ਨੂੰ ਹੀ ਦੁੱਖ ਭੰਜਨ ਮੰਨਣ ਵਾਲੇ ਤ੍ਰੈਕਾਲਦਰਸ਼ੀ ਮਹਾਨ ਸਤਿਗੁਰ ਜੀ ਦੇ ਬਾਰੇ ਅਜਿਹਾ ਤਾਂ ਸੋਚਣਾ ਵੀ ਘੋਰ ਪਾਪ ਹੈ ਕਿ ਉਹਨਾਂ ਨੇ ਆਪਣੇ ਹੀ ਬਣਾਏ ਸਰੋਵਰ ਦੇ ਕੰਢੇ 'ਤੇ ਕੋਈ ਅਜਿਹੀ ਬੇਰੀ ਲੱਗੀ ਰਹਿਣ ਦਿੱਤੀ ਹੋਵੇਗੀ ਜਿਸ ਨੇ ਦੁੱਖ ਭੰਜਨੀ ਬਣ ਕੇ ਪੂਰਨ ਸੱਚ ਦੇ ਦਰਬਾਰ ਵਿੱਚ ਝੂਠ ਦਾ ਝੰਡਾ ਖੜਾ ਕਰ ਦੇਣਾ ਸੀ। ਪ੍ਰਭੂ ਨਾਮ ਨੂੰ ਹੀ ਕੇਵਲ ਮਾਤਰ ਅੰਮ੍ਰਿਤ ਮੰਨਣ ਵਾਲੇ ਸਤਿਗੁਰੂ ਜੀ ਕਿਸੇ ਛੱਪੜੀ ਦੇ ਪਾਣੀ ਨੂੰ ਅੰਮ੍ਰਿਤ ਕਿਵੇਂ ਮੰਨ ਸਕਦੇ ਸਨ। ਬੇਰੀ ਨੂੰ ਦੁੱਖ ਭੰਜਨੀ ਬਣਾਉਣ ਲਈ ਵਿਪਰ ਜੀ ਨੇ ਇੱਕ ਕਹਾਣੀ ਘੜ ਲਈ ਅਤੇ ਕਿਸੇ ਵਿਧੀ ਨਾਲ ਗੁਰੂ ਇਤਿਹਾਸ ਵਿੱਚ ਰਲਾ ਦਿੱਤੀ। ਕਾਂ ਚਿੜੀ ਦੀ ਬਾਤ ਵਾਂਗ ਇਹ ਕਹਾਣੀ ਵੀ ਲੋਕਾਂ ਵਿੱਚ ਪ੍ਰਚਲਿਤ ਹੋ ਗਈ। ਫਿਰ ਆਪਣੀ ਲਿਖਤ ਨੂੰ ਵੱਧ ਮਨੋਰੰਜਕ ਬਣਾਉਣ ਲਈ ਸਿੱਖ ਲਖਾਰੀਆਂ ਨੇ ਗ੍ਰੰਥਾਂ ਅਤੇ ਪੁਸਤਕਾਂ ਵਿੱਚ ਇਸ ਕਹਾਣੀ ਨੂੰ ਬੜੇ ਭਰਮਾਊ ਸ਼ਬਦਾਂ ਵਿੱਚ ਲਿਖ ਦਿੱਤਾ। ਵਿਪਰ ਦੇ ਮਾਇਆ ਜਾਲ ਵਿੱਚ ਫਸਾਉਣ ਦੇ ਕੰਮ ਆਉਣ ਵਾਲੀ ਇਹ ਕਹਾਣੀ ਵੀ ਸੱਚੀਆਂ ਇਤਿਹਾਸਕ ਸਾਖੀਆਂ ਵਾਂਗ ਸਿੱਖ ਧਰਮ ਦਾ ਹਿੱਸਾ ਬਣ ਗਈ। ਇਸ ਲਈ ਜ਼ਰੂਰੀ ਬਣਦਾ ਹੈ ਕਿ ਇਸ ਗਾਥਾ ਦੇ ਹਰ ਪੱਖ ਨੂੰ ਗੁਰਮਤਿ ਦੀ ਕਸਵੱਟੀ 'ਤੇ ਪਰਖ ਲਿਆ ਜਾਵੇ। ਸੰਖੇਪ ਸ਼ਬਦਾਂ ਵਿੱਚ ਉਹ ਅਦਭੁਤ ਕਹਾਣੀ ਇਸ ਪ੍ਰਕਾਰ ਹੈ। ਪੱਟੀ ਦੇ ਕਿਸੇ ਹੰਕਾਰੀ ਰਾਜੇ ਅਥਵਾ ਕਿਸੇ ਧਨਾੜ ਸ਼ਾਹੂਕਾਰ ਨੇ ਆਪਣੀਆਂ ਪਿਆਰੀਆਂ 7 ਬੱਚੀਆਂ ਵਿੱਚੋਂ ਛੋਟੀ ਬੱਚੀ ਦਾ ਪਰਮਾਤਮਾ 'ਤੇ ਅਟੱਲ ਵਿਸ਼ਵਾਸ ਵੇਖ ਕੇ ਏਡਾ ਗੁੱਸਾ ਖਾਧਾ ਕਿ ਉਸ ਨੂੰ ਇੱਕ ਕੋਹੜੀ ਨਾਲ ਵਿਆਹ ਦਿੱਤਾ। ਬੀਬੀ ਨੇ ਉਸ ਕੋਹੜੇ ਪਤੀ ਨੂੰ ਟੋਕਰੇ ਵਿੱਚ ਪਾ ਲਿਆ ਅਤੇ ਢਿੱਡ ਦੀ ਅੱਗ ਬੁਝਾਉਣ ਲਈ ਪਤੀ ਨੂੰ ਸਿਰ 'ਤੇ ਚੁੱਕੀ ਪਿੰਡੋ ਪਿੰਡ ਮੰਗਦੀ ਫਿਰੀ। ਇੱਕ ਦਿਨ ਪਤੀ ਦੀ ਟੋਕਰੀ
ਇੱਕ ਬੇਰੀ ਹੇਠਾਂ ਪਾਣੀ ਦੀ ਛੱਪੜੀ ਦੇ ਕੰਢੇ ਰੱਖ ਕੇ ਆਪ ਨੇੜੇ ਦੇ ਪਿੰਡੋਂ ਰੋਟੀਆਂ ਮੰਗਣ ਲਈ ਚਲੇ ਗਏ। ਪਿੱਛੋਂ ਕੋੜੇ ਨੇ ਵੇਖਿਆ ਕਿ ਕਾਲੇ ਕਾਂ ਉਸ ਛੱਪੜੀ ਵਿੱਚ ਨਹਾ ਕੇ ਚਿੱਟੇ ਹੰਸ ਬਣ ਬਣ ਕੇ ਉੱਡ ਰਹੇ ਸਨ। ਕੋੜੇ ਨੇ ਵੀ ਉਦਮ ਕੀਤਾ ਅਤੇ ਰਿੜ ਖੁੜ ਕੇ ਛੱਪੜੀ ਵਿੱਚ ਜਾ ਵੜਿਆ। ਉਸ ਨੇ ਆਪਣੀ ਪਤਨੀ ਦੀ ਤਸੱਲੀ ਵਾਸਤੇ ਹੱਥ ਦੀ ਚੀਚੀ ਉਂਗਲੀ ਪਾਣੀ ਵਿੱਚ ਨਾ ਡੋਬਣ ਦਿੱਤੀ। ਬਾਕੀ ਸਰੀਰ ਪਾਣੀ ਵਿੱਚ ਡੁੱਬਣ ਕਰਕੇ ਨਵਾਂ ਨਰੂਆ ਹੋ ਗਿਆ। ਰਜਨੀ ਨੇ ਵਾਪਸ ਆ ਕੇ ਰੌਲਾ ਪਾ ਦਿੱਤਾ ਕਿ ਉਸ ਸ਼ੈਲ ਛਬੀਲੇ ਗੱਭਰੂ ਨੇ ਉਸ ਦੇ ਕੋੜੇ ਪਤੀ ਨੂੰ ਮਾਰ ਦਿੱਤਾ ਹੈ ਅਤੇ ਆਪ ਉਸ ਉੱਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ। ਪਤੀ ਨੇ ਕਾਵਾਂ ਦੇ ਚਿੱਟੇ ਹੋਣ ਵਾਲੀ ਗੱਲ ਸੁਣਾਈ ਅਤੇ ਕਈ ਸੌਹਾਂ ਸੁਗੰਧਾਂ ਖਾਧੀਆਂ, ਪਰ ਉਸ ਪਤੀ ਵਰਤਾ ਅਤੇ ਸੁਘੜ ਨਾਰੀ ਦੀ ਏਡੀ ਮੱਤ ਮਾਰੀ ਗਈ ਕਿ ਉਹ ਆਪਣੇ ਪਤੀ ਦੀ ਆਵਾਜ਼ ਅਥਵਾ ਆਪਣੇ ਪਤੀ ਦੇ ਵਜੂਦ ਦੀ ਅਸਲੀਅਤ ਨੂੰ ਨਾ ਪਛਾਣ ਸਕੀ। ਪਤੀ ਨੇ ਰਜਨੀ ਦੇ ਸਾਹਮਣੇ ਹੀ ਕੋੜ ਵਾਲੀ ਆਪਣੀ ਚੀਚੀ ਉਂਗਲੀ ਛੱਪੜੀ ਵਿੱਚ ਪਾਈ ਤੇ ਉਹ ਵੀ ਨਵੀਂ ਨਰੋਈ ਹੋ ਗਈ। ਪਰ ਰਜਨੀ ਦੀ ਤਸੱਲੀ ਨਾ ਹੋਈ ਅਤੇ ਅਕਲ ਦੇ ਅੰਨੇ ਮੁਗਧ ਗਵਾਰਾਂ ਵਾਂਗ ਚੀਕ ਚਿਹਾੜਾ ਪਾਈ ਗਈ। ਰਜਨੀ ਦੀ ਦੁਹਾਈ ਸੁਣ ਕੇ ਲੋਕ ਆ ਜੁੜੇ, ਦੋਹਾਂ ਨੂੰ ਗੁਰੂ ਰਾਮਦਾਸ ਜੀ ਕੋਲ ਲੈ ਗਏ। ਸਤਿਗੁਰਾਂ ਨੇ ਸਾਰੀ ਗੱਲ ਸੁਣ ਕੇ ਫਰਮਾਇਆ ਕਿ ਉਸ ਛੱਪੜੀ ਵਿੱਚ ਅੰਮ੍ਰਿਤ ਹੈ ਜਿਸ ਨੇ ਉਸ ਦੇ ਪਤੀ ਨੂੰ ਰਾਜ਼ੀ ਕੀਤਾ ਹੈ, ਅਤੇ ਨਾਲ ਹੀ ਇਹ ਫਰਮਾਇਆ ਕਿ ਇੱਥੇ ਬੜਾ ਮਹਾਨ ਤੀਰਥ ਬਣੇਗਾ। ਕਹਾਣੀ ਦੀ ਸੱਚਾਈ ਬਾਰੇ ਪੜਚੋਲੀਆ ਨਜ਼ਰੀਏ ਦਾ ਵੇਰਵਾ। ਸਿੱਖ ਧਰਮ ਦੇ ਇਤਿਹਾਸ ਵਿੱਚ ਪਤੀ ਵਰਤਾ ਇਸਤਰੀਆਂ ਦੀ ਕਰਾਮਾਤੀ ਸ਼ਕਤੀ ਬਾਰੇ ਹੇਠ ਲਿਖੀਆਂ ਦੋ ਸਾਖੀਆਂ ਵੀ ਬੜੀ ਵਾਰੀ ਗੁਰੂ ਦਰਬਾਰਾਂ ਵਿੱਚ ਸੁਣਾਈਆਂ ਜਾਂਦੀਆਂ ਹਨ ਅਤੇ ਸਿੱਖ ਧਰਮ ਵਿਚਲੀਆਂ ਕਈ ਪੁਸਤਕਾਂ ਵਿੱਚ ਥਾਂ ਵੀ ਮੱਲੀ ਬੈਠੀਆਂ ਹਨ। ਨੰਬਰ 1। ਇੱਕ ਪਤੀ ਵਰਤਾ ਇਸਤਰੀ ਖੂਹ ਵਿੱਚੋਂ ਬਾਲਟੀਆਂ ਪਾਣੀ ਦੀਆਂ ਕੱਢ ਰਹੀ ਸੀ। ਪਿਆਸ ਨਾਲ ਵਿਆਕੁਲ ਹੋਏ ਬਾਬਾ ਫਰੀਦ ਜੀ ਨੇ ਉਸ ਬੀਬੀ ਤੋਂ 2 ਘੁੱਟ ਪਾਣੀ ਪੀਣ ਲਈ ਮੰਗਿਆ, ਪਰ ਫਰੀਦ ਜੀ ਨੂੰ ਪਾਣੀ ਪਿਆਉਣ ਦੇ ਥਾਂ ਉਹ ਬੀਬੀ ਸਾਰਾ ਪਾਣੀ ਧਰਤੀ 'ਤੇ ਡੋਲ ਗਈ। ਕੁਝ ਸਮੇਂ ਪਿੱਛੋਂ ਬੀਬੀ ਨੇ ਫਰੀਦ ਜੀ ਨੂੰ ਪਾਣੀ ਪੀਣ ਲਈ ਕਿਹਾ ਤਾਂ ਉਹਨਾਂ ਨੇ ਇਸ ਵਿਅਰਥ ਪਾਣੀ ਡੋਲੀ ਜਾਣ ਦਾ ਕਾਰਨ ਪੁੱਛ ਲਿਆ ਤਾਂ ਉਸ ਬੀਬੀ ਨੇ ਦੱਸਿਆ ਕਿ ਉਹ ਕਈ ਮੀਲ ਦੂਰ ਆਪਣੀ ਭੈਣ ਦੇ ਘਰ ਨੂੰ ਲੱਗੀ ਅੱਗ ਬੁਝਾ ਰਹੀ ਸੀ। ਬੀਬੀ ਨੇ ਇਹ ਵੀ ਦੱਸਿਆ ਕਿ ਇਹ ਸਾਰੀ ਸ਼ਕਤੀ ਦਾ ਭੰਡਾਰ ਆਪਣੇ ਪਤੀ ਦੀ ਸੇਵਾ ਕਰਨ ਵਿੱਚ ਲੁਕਿਆ ਹੋਇਆ ਹੈ। ਨੰਬਰ 2। ਜਦ ਗੋਇੰਦਵਾਲ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਇੱਕ ਬੀਬੀ ਰੋਜ਼ ਸਵੇਰੇ ਸੇਵਾ 'ਤੇ ਹਾਜ਼ਰ ਹੋ ਜਾਂਦੀ ਸੀ। ਸੇਵਾ ਕਰਦਿਆਂ ਸਮੇਂ ਉਹ ਬੀਬੀ ਕਦੇ-ਕਦੇ ਆਪਣੇ ਹੱਥ ਨੂੰ ਇਸ ਤਰ੍ਹਾਂ ਹਿਲਾਉਂਦੀ ਰਹਿੰਦੀ ਸੀ ਜਿਵੇਂ ਕਿਸੇ ਚੀਜ਼ ਨੂੰ ਧੱਕਾ ਦੇ ਰਹੀ ਹੋਵੇ। ਅਜਿਹਾ ਕਰਨ ਦੇ ਕਾਰਨ ਬਾਰੇ ਕਈਆਂ ਨੇ ਬੀਬੀ ਕੋਲੋਂ ਪੁੱਛਿਆ, ਪਰ ਉਹ ਸਦਾ ਚੁੱਪ ਹੀ ਰਹਿੰਦੀ ਸੀ। ਆਖਰ ਸੇਵਾਦਾਰਾਂ ਕੋਲੋਂ ਨਾ ਰਿਹਾ ਗਿਆ ਤੇ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾ ਹਾਜ਼ਰ ਹੋਏ। ਸੰਗਤਾਂ ਦੇ ਪੁੱਛਣ 'ਤੇ ਉਸ ਬੀਬੀ ਬਾਰੇ ਸਤਿਗੁਰੂ ਜੀ ਨੇ ਦੱਸਿਆ ਕਿ ਇਹ ਬੀਬੀ ਆਪਣੇ ਮਾਸੂਮ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਆਪ ਰੋਜ਼ ਸੈਂਕੜੇ ਮੀਲ ਦੂਰ ਕਾਬਲ ਤੋਂ ਆਪਣੀ ਆਤਮਕ ਸ਼ਕਤੀ ਨਾਲ ਇੱਥੇ ਸੇਵਾ ਲਈ ਪੁੱਜਦੀ ਹੈ ਅਤੇ ਹੱਥ ਹਿਲਾ ਕੇ ਆਪਣੇ ਬੱਚੇ ਦੇ ਪੰਘੂੜੇ ਨੂੰ ਹਿਲਾਉਂਦੀ ਰਹਿੰਦੀ ਹੈ। ਇਹ ਵੀ ਦੱਸਿਆ ਕਿ ਇਹ ਸਾਰੀ ਸ਼ਕਤੀ ਉਸ ਨੂੰ ਆਪਣੇ ਪਤੀ ਦੀ ਸੇਵਾ ਤੋਂ ਪ੍ਰਾਪਤ ਹੋਈ ਹੈ। ਸ਼ੰਕਿਆਂ ਦਾ ਕਰਮਵਾਰ ਵੇਰਵਾ। ਨੰਬਰ 1। ਗ੍ਰਸਤੀ ਜ਼ਿੰਦਗੀ ਨੂੰ ਸੁਖਾਵੀਂ ਬਣਾਉਣ ਲਈ ਗੁਰਮੁਖ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਅਤੇ ਪੂਰਨ ਭਰੋਸੇ ਵਾਲੀ ਸੱਚੀ ਮਿੱਤਰਤਾਈ ਦਾ ਹੋਣਾ, ਦੋਹਾਂ ਦਾ ਆਚਰਨ ਦੇ ਸੁੱਚੇ ਹੋਣਾ ਬੜਾ ਜ਼ਰੂਰੀ ਹੈ। ਪਰ ਇੱਕ ਤਰਫੀ ਕੇਵਲ ਇਸਤਰੀ ਦਾ ਪਤੀ ਦੀ ਭਗਤੀ ਤੋਂ ਕਰਾਮਾਤੀ ਸ਼ਕਤੀਆਂ ਦਾ ਮਾਲਕ ਬਣ ਜਾਣ ਵਾਲੀ ਕਿਸੇ ਗੱਲ ਨੂੰ ਗੁਰਮਤਿ ਪ੍ਰਵਾਨਗੀ ਨਹੀਂ ਦਿੰਦੀ। ਅਜਿਹੀਆਂ ਕਹਾਣੀਆਂ ਕੇਵਲ ਬ੍ਰਾਹਮਣੀ ਗ੍ਰੰਥਾਂ ਦਾ ਹੀ ਸ਼ਿੰਗਾਰ ਹਨ ਕਿ ਪਤੀ ਭਾਵੇਂ ਪਰਲੇ ਦਰਜੇ ਦਾ ਲੁੱਚਾ ਅਤੇ ਗਵਾਰ ਹੋਵੇ, ਪਤਨੀ ਲਈ ਉਹ ਫੇਰ ਵੀ ਭਗਵਾਨ ਹੈ। ਗੁਰਮਤਿ ਨੇ ਪਤੀ ਅਤੇ ਪਤਨੀ ਦੋਹਾਂ ਨੂੰ ਇੱਕ ਪੱਧਰ 'ਤੇ ਰੱਖਿਆ। ਪ੍ਰਭੂ ਪਤੀ ਦੀ ਨਿਸ਼ਕਾਮ ਸੇਵਾ ਹੀ ਸੁਆਮੀ ਦੀ ਪ੍ਰਾਪਤੀ ਦਾ ਸਾਧਨ ਹੈ। ਗ੍ਰਸਤ ਵਿੱਚ ਇੱਕ ਖਿਆਲਾਂ ਦਾ ਅਤੇ ਇੱਕ ਸੁਭਾਅ ਦਾ ਜੋੜ ਮਿਲਣਾ ਬੜਾ ਵਿਰਲਾ ਹੈ। ਅਜਿਹੀਆਂ ਗੱਲਾਂ ਬ੍ਰਾਹਮਣੀ ਕੁਟਲਤਾ ਤੋਂ ਉਪਜਿਆ ਝੂਠ ਦਾ ਗੁਰਮਤਿ ਵਿੱਚ ਰਲਾ ਹੈ। ਨੰਬਰ 2। ਇਸ ਗੱਲ ਦਾ ਪਤਾ ਕਿਤੋਂ ਨਹੀਂ ਲੱਗ ਸਕਿਆ। ਸਾਰਾ ਦਿਨ ਸੈਂਕੜੇ ਮੀਲ ਦੂਰ ਪਏ
ਉਸ ਬੱਚੇ ਦੀ ਖੁਰਾਕ ਅਤੇ ਟੱਟੀ ਪਿਸ਼ਾਬ ਦਾ ਪ੍ਰਬੰਧ ਉਹ ਬੀਬੀ ਕਿਵੇਂ ਕਰਦੀ ਸੀ, ਕਿਉਂਕਿ ਜੇ ਪਰਮਾਤਮਾ ਜਾਂ ਸਤਿਗੁਰ ਜੀ ਆਪਣੀ ਕਰਾਮਾਤੀ ਸ਼ਕਤੀ ਨਾਲ ਕਿਸੇ ਨੂੰ ਖੁਰਾਕ ਪਹੁੰਚਾਉਂਦੇ ਹੁੰਦੇ ਤਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਅਥਵਾ ਗੁਰਦਾਸ ਨੰਗਲ ਦੀ ਗੜੀ ਵਿੱਚ ਭੁੱਖ ਦੀ ਮਾਰ ਕਦੇ ਨਾ ਪੈਂਦੀ। ਸੋ ਇਹ ਕਹਾਣੀ ਵੀ ਮੁੱਢੋਂ ਝੂਠ ਦੀ ਉਪਜ ਹੀ ਹੈ। ਰਜਨੀ ਅਤੇ ਕੋੜੇ ਪਤੀ ਵਾਲੀ ਕਹਾਣੀ ਵਿਚਲੇ ਸੱਚ ਝੂਠ ਦੀ ਪਰਖ। ਨੰਬਰ 1, ਗੁਰਮਤਿ ਦੇ ਅਟੱਲ ਸਿਧਾਂਤ ਦੀ ਵਿਰੋਧਤਾ ਵਾਲੀਆਂ ਇਹਨਾਂ ਸਾਖੀਆਂ ਨੂੰ ਸੱਚੀਆਂ ਕਹਿਣ ਵਾਲੇ ਗੁਰਸਿੱਖ ਅਥਵਾ ਡੇਰੇਦਾਰ ਸਾਧ ਸੰਤ ਜਿਨ੍ਹਾਂ ਨੇ ਇਹ ਸਾਖੀਆਂ ਆਪਣੀਆਂ ਪੁਸਤਕਾਂ ਵਿੱਚ ਛਾਪੀਆਂ ਹਨ, ਇਹ ਨਹੀਂ ਦੱਸ ਸਕਦੇ ਕਿ ਬੀਬੀ ਰਜਨੀ, ਜਿਸ ਦੀ ਕਥਿਤ ਪਤੀ ਭਗਤੀ ਦੀ ਮਿਸਾਲ ਸਾਰੇ ਸੰਸਾਰ 'ਤੇ ਨਹੀਂ ਮਿਲਦੀ, ਨੂੰ ਪਤੀ ਭਗਤੀ ਦੇ ਬਦਲੇ ਅਜਿਹੀਆਂ ਕਰਾਮਾਤੀ ਸ਼ਕਤੀਆਂ ਕਿਸ ਕਾਰਨ ਨਹੀਂ ਮਿਲ ਸਕੀਆਂ ਸਨ। ਸ਼ਕਤੀਆਂ ਮਿਲ ਜਾਣੀਆਂ ਤਾਂ ਕਿਤੇ ਰਹੀਆਂ, ਸਗੋਂ ਉਸ ਕੋਲ ਆਪਣਾ ਪਤੀ ਪਛਾਣ ਸਕਣ ਜੋਗੀ ਸੂਝ ਵੀ ਕਿਸ ਦੋਸ਼ ਕਾਰਨ ਨਹੀਂ ਸੀ ਰਹੀ। ਕਹਾਣੀ ਅਨੁਸਾਰ ਰਜਨੀ ਆਪਣੇ ਰਜਵਾੜੇ ਪਿਤਾ ਦੇ ਘਰ ਵਿੱਚ ਪਲੀ ਹੋਣ ਕਰਕੇ ਵਿਦਿਆ ਤੋਂ ਕੋਰੀ ਨਹੀਂ ਸੀ ਹੋਣੀ ਚਾਹੀਦੀ। ਫਿਰ ਕਹਾਣੀ ਅਨੁਸਾਰ ਉਹ ਆਪਣੀਆਂ ਹੋਰ 6 ਭੈਣਾਂ ਨਾਲੋਂ ਵੱਧ ਸਿਆਣੀ ਸੀ। ਫਿਰ ਉਸਨੇ ਨਵਾਂ ਨਰਵਾ ਹੋ ਕੇ ਰਜਨੀ ਦੀ ਤਸੱਲੀ ਕਰਾ ਰਹੇ ਆਪਣੇ ਪਤੀ ਨੂੰ ਕਿਸ ਕਾਰਨ ਨਹੀਂ ਸੀ ਪਛਾਣਿਆ। ਸਰੀਰ ਬੇਪਛਾਣ ਸੀ ਤਾਂ ਆਵਾਜ਼ ਅਤੇ ਗੱਲਬਾਤ ਦੀ ਸਾਂਝ ਤਾਂ ਉਹੀ ਸੀ। ਅਜਿਹਾ ਸਾਕਾ ਕਿਸੇ ਗਰੀਬ ਘਰ ਦੀ ਮਾਮੂਲੀ ਸੂਝ-ਬੂਝ ਵਾਲੀ ਇਸਤਰੀ ਨਾਲ ਵਾਪਰ ਜਾਏ ਤਾਂ ਉਹ ਵੀ ਆਪਣੇ ਪਤੀ ਨੂੰ ਝੱਟ ਪਛਾਣ ਲਵੇਗੀ। ਪਤੀ ਪਤਨੀ ਦੇ ਸੰਬੰਧ ਹੀ ਅਜਿਹੇ ਹੁੰਦੇ ਹਨ। ਨੰਬਰ 2, ਕੀ ਇਹ ਵੀ ਅਣਹੋਣੀ ਗੱਲ ਨਹੀਂ ਕਿ ਕਾਵਾਂ ਨੂੰ ਚਿੱਟੇ ਹੰਸ ਬਣ ਜਾਣ ਦਾ ਸ਼ੌਂਕ ਉਸ ਸਮੇਂ ਹੀ ਕੁੱਦਿਆ ਜਦ ਕੋੜੇ ਦੀ ਟੋਕਰੀ ਛੱਪੜੀ ਦੇ ਕੰਢੇ 'ਤੇ ਆ ਟਿਕੀ ਸੀ। ਕਿ ਪਹਿਲਾਂ ਕਦੇ ਕੋਈ ਕਾਂ ਹੰਸ ਨਾ ਬਣਿਆ ਹੋ, ਜੋ ਇਹ ਕਰਾਮਾਤੀ ਛੱਪੜੀ ਵਾਲੀ ਬੇਰੀ ਲੋਕਾਂ ਤੋਂ ਲੁਕੀ ਰਹੀ। ਆਖਰ ਇਹ ਥਾਂ ਸਤਿਗੁਰਾਂ ਨੇ ਜ਼ਿਮੀਂਦਾਰਾਂ ਤੋਂ ਖਰੀਦੀ ਸੀ। ਇਹ ਕੋਈ ਅਜਿਹੀ ਥਾਂ ਨਹੀਂ ਸੀ ਜਿੱਥੇ ਮੀਲਾਂ ਵਿੱਚ ਜੰਗਲ ਹੀ ਜੰਗਲ ਸੀ। ਅਜਿਹੀ ਕਰਾਮਾਤੀ ਛੱਪੜੀ ਦੇ ਪ੍ਰਗਟ ਹੋ ਜਾਣ ਵਿੱਚ ਜਰਾ ਢਿੱਲ ਨਹੀਂ ਸੀ ਲੱਗਣੀ। ਇੱਥੇ ਵੀ ਰਮਾਇਣ ਗਾਥਾ ਵਾਲੀ ਹੀ ਘਾਟ ਹੈ। ਬਿਰਧ ਅਵਸਥਾ ਵਿੱਚ ਪੁੱਜ ਚੁੱਕੇ ਰਾਜੇ ਦਸ਼ਰਥ ਨੂੰ ਸੈਂਕੜੇ ਸਾਲ ਪਹਿਲਾਂ ਪੁੱਤਰ ਦੀ ਕਮੀ ਅਨੁਭਵ ਨਹੀਂ ਹੋਈ। ਪੁੱਤਰ ਦੀ ਮੰਗ ਕਰਨ ਦਾ ਖਿਆਲ ਉਦੋਂ ਹੀ ਆਇਆ ਜਦੋਂ ਧਰਤੀ ਅਤੇ ਦੇਵਤਿਆਂ ਦੀ ਪੁਕਾਰ ਸੁਣ ਕੇ ਵਿਸ਼ਨੂੰ ਜੀ ਨੇ ਆਪਣੀਆਂ ਕਲਾ ਸਹਿਤ ਦਸ਼ਰਥ ਦੇ ਘਰ ਜਨਮ ਲੈਣ ਦਾ ਐਲਾਨ ਕਰ ਦਿੱਤਾ ਹੋਇਆ ਸੀ। ਸੋ ਇਹ ਕਹਾਣੀ ਵੀ ਬ੍ਰਾਹਮਣੀ ਦਿਮਾਗ ਦੀ ਹੀ ਉਪਜ ਹੈ। ਨੰਬਰ 3, ਰਜਨੀ ਦੇ ਨਾਮ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ, ਪਰ ਕੀ ਕਾਰਨ ਹੈ ਕਿ ਰਜਨੀ ਦੇ ਪਤੀ ਦੇ ਨਾਮ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ ਹੈ। ਕੋੜ ਦੀ ਭਿਅੰਕਰ ਬਿਮਾਰੀ ਤੋਂ ਰਾਜ਼ੀ ਹੋ ਕੇ ਸਤਿਗੁਰੂ ਰਾਮਦਾਸ ਦੀ ਸ਼ਰਨ ਵਿੱਚ ਆ ਕੇ ਸਿੱਖ ਬਣਨ ਵਾਲੇ ਰਜਨੀ ਦੇ ਪਤੀ ਦੇ ਨਾਮ ਦਾ ਪਤਾ ਉਸ ਲਖਾਰੀ ਨੂੰ ਵੀ ਨਹੀਂ ਲੱਗ ਸਕਿਆ ਜਿਸ ਨੇ ਆਪਣੀ ਪੁਸਤਕ ਸਿਫਤੀ ਦਾ ਘਰ ਦੇ 63 ਸਫ਼ੇ 'ਤੇ ਇਹ ਕਹਾਣੀ ਲਿਖੀ ਹੈ। ਨੰਬਰ 4, ਸਿਰਫ ਕਾਵਾਂ ਨੂੰ ਚਿੱਟੇ ਹੋ ਕੇ ਉੜਦਿਆਂ ਨੂੰ ਵੇਖਣ ਤੋਂ ਕੋੜੇ ਨੂੰ ਇਹ ਯਕੀਨ ਕਿਵੇਂ ਹੋ ਗਿਆ ਸੀ ਕਿ ਪਾਣੀ ਦੀ ਸ਼ਕਤੀ ਨੇ ਉਸ ਨੂੰ ਏਡਾ ਬੇਪਛਾਣ ਬਣਾ ਦੇਣਾ ਹੈ ਕਿ ਉਸ ਦੀ ਪਿਆਰੀ ਅਤੇ ਪਤੀ ਭਗਤਨੀ ਇਸਤਰੀ ਨੇ ਵੀ ਉਸ ਦੀ ਪਛਾਣ ਭੁੱਲ ਜਾਣੀ ਹੈ, ਜੋ ਉਸਨੇ ਆਪਣੀ ਚੀਚੀ ਉਂਗਲੀ ਉਸ ਕਰਾਮਾਤੀ ਪਾਣੀ ਵਿੱਚ ਨਾ ਡੁੱਬਣ ਦਿੱਤੀ। ਭਾਗ 5, ਆਪਣੀ ਨੌਕਰੀ ਦੇ ਸੰਬੰਧ ਵਿੱਚ ਦਾਸ ਕਈ ਮਹੀਨੇ ਪੱਟੀ ਸ਼ਹਿਰ ਵਿੱਚ ਰਿਹਾ ਹੈ। ਪੜਤਾਲ ਕਰਦੇ ਰਹਿਣ 'ਤੇ ਵੀ ਅਜਿਹੇ ਕਿਸੇ ਰਜਵਾੜੇ ਜਾਂ ਪ੍ਰਸਿੱਧ ਧਨਾੜ ਬਾਰੇ ਕੋਈ ਸੂਹ ਨਹੀਂ ਸੀ ਮਿਲੀ ਜੋ ਕਿਸੇ ਸਮੇਂ ਵੀ ਪੱਟੀ ਸ਼ਹਿਰ ਦਾ ਵਸਨੀਕ ਰਿਹਾ ਹੋਵੇ ਅਤੇ ਜਿਸ ਨੇ ਆਪਣੀ ਛੋਟੀ ਧੀ ਨੂੰ ਕੋੜੇ ਨਾਲ ਵਿਆਹ ਦਿੱਤਾ ਹੋਵੇ। ਨੰਬਰ 6, ਕੀ ਇਹ ਕਿਸੇ ਤਰ੍ਹਾਂ ਵੀ ਮੰਨੀ ਜਾਣ ਵਾਲੀ ਗੱਲ ਹੈ? ਪਾਗੂੜਾ, ਜਿਸ ਛੱਪੜੀ ਦੇ ਕਥਿਤ ਅੰਮ੍ਰਿਤ ਜਲ ਵਿੱਚੋਂ ਨਹਾ ਕੇ ਕਾਲੇ ਕਾਂ ਚਿੱਟੇ ਹੋ ਕੇ ਨਿਕਲਦੇ ਰਹੇ ਸਨ। ਭਾਗੈੜਾ, ਜਿੱਥੋਂ ਕੋੜੇ ਦਾ ਨਿਰਾ ਕੋੜ ਹੀ ਦੂਰ ਨਹੀਂ ਸੀ ਹੋਇਆ, ਸਗੋਂ ਕੋੜ ਕਾਰਨ ਸੜ ਚੁੱਕੇ ਉਸ ਦੇ ਅੰਗ ਉਸ ਨੂੰ ਵਾਪਸ ਮਿਲ ਗਏ ਸਨ ਅਤੇ ਉਹ ਆਪਣੀ ਪਤਨੀ ਲਈ ਬੇਪਛਾਣ ਹੋ ਜਾਣ ਕਾਰਨ ਉਚੇਚੀ ਚਰਚਾ ਦਾ ਕਾਰਨ ਬਣ ਗਿਆ ਸੀ। ਭਾਗੀੜੀ, ਫਿਰ ਸਭ ਤੋਂ ਵੱਡੀ ਗੱਲ ਇਹ ਕਿ ਗੁਰੂ ਰਾਮਦਾਸ ਜੀ ਨੇ ਉਸ ਥਾਂ 'ਤੇ ਮਹਾਨ ਤੀਰਥ ਬਣ ਜਾਣ ਦਾ ਵਰ ਦਿੱਤਾ ਹੋਵੇ। ਅਜਿਹੀ ਮਹੱਤਤਾ ਵਾਲੀ ਛੱਪੜੀ ਦਾ ਪਤਾ
ਗੁਰੂ ਘਰ ਦੇ ਮਹਾਨ ਵਿਦਵਾਨ ਅਤੇ ਨਿਪੁੰਨ ਲਖਾਰੀ ਭਾਈ ਗੁਰਦਾਸ ਜੀ ਨੂੰ ਨਾ ਲੱਗਿਆ ਹੋਵੇ। ਭਾਈ ਸਾਹਿਬ ਜੀ ਨੇ ਸਰੋਵਰ ਦੇ ਪਟਵਾਏ ਜਾਣ ਦਾ ਜ਼ਿਕਰ ਆਪਣੀ ਪਹਿਲੀ ਵਾਰ ਦੀ 47ਵੀਂ ਪੌੜੀ ਵਿੱਚ ਕੀਤਾ ਹੈ, ਪਰ ਅਜਿਹੀ ਕਿਸੇ ਬੇਰੀ ਜਾਂ ਅੰਮ੍ਰਿਤ ਦੀ ਛਪੜੀ ਦਾ ਕੋਈ ਜ਼ਿਕਰ ਨਹੀਂ ਹੈ। ਵਾਰ ਦੀਆਂ ਉਹ ਲਾਈਨਾਂ ਇਸ ਪ੍ਰਕਾਰ ਹਨ: ਦਿਚੇ ਪੂਰਬ ਦੇਵਣਾ, ਜਿਸ ਦੀ ਵਸਤ ਤਿਸੇ ਘਰ ਆਵੈ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਜੇ ਅਜਿਹੀ ਕੋਈ ਛਪੜੀ ਹੁੰਦੀ ਤਾਂ ਭਾਈ ਸਾਹਿਬ ਉਸ ਦਾ ਜ਼ਿਕਰ ਬੜੇ ਵਿਸਥਾਰ ਨਾਲ ਜ਼ਰੂਰ ਕਰਦੇ। ਨੰਬਰ 7, ਅਜਿਹੀਆਂ ਕਈ ਸਾਖੀਆਂ ਹਨ ਜਿਨ੍ਹਾਂ ਵਿੱਚ ਸਮਰੱਥ ਗੁਰੂ ਅਮਰਦਾਸ ਜੀ ਦੀ ਅੰਤਰਿਆਤਮਾ ਦੀ ਮਹਿਮਾ ਹੈ, ਪਰ ਗੁਰੂ ਰਾਮਦਾਸ ਸਾਹਿਬ ਅਰਥਾਤ ਜੇਠਾ ਜੀ ਨੂੰ ਜਦ ਇਸ ਥਾਂ 'ਤੇ ਸੇਵਾ ਲਈ ਭੇਜਿਆ ਸੀ ਤਾਂ ਉਹਨਾਂ ਨੇ ਅਜਿਹੀ ਕਿਸੇ ਛਪੜੀ ਜਾਂ ਬੇਰੀ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ। ਭਾਈ ਵੀਰ ਸਿੰਘ ਜੀ ਨੇ ਅਸ਼ਟਗੁਰੂ ਚਮਤਕਾਰ ਦੇ 193ਵੇਂ ਸਫ਼ੇ 'ਤੇ ਇਉਂ ਲਿਖਿਆ ਹੈ: ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਜੇਠਾ ਜੀ ਨੂੰ ਪਾਸ ਬੁਲਾਇਆ ਤੇ ਆਗਿਆ ਕੀਤੀ, ਜੋ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਉਂ ਲਿਖੀ ਹੈ: ਸੁਨ ਹੇ ਸੋਮ ਬਸਨ ਹਿਤ ਥਾਨ, ਗ੍ਰਾਮ ਬਸਾਵੋ ਪੇਖ ਕਰ ਆਨ, ਸਨੇ ਸਨੇ ਨਿਜ ਪਾਏ ਟਿਕਾਵੋ, ਬਹੁਰ ਕਰੋ ਪੁਰ ਮਹਾਂ ਬਸਾਵੋ, ਜਿਮ ਖਡੂਰ ਗੁਰ ਸੇਵਾ ਕਰਕੈ, ਪਾਛੇ ਆਨ ਬਸੇ ਹਮ ਟਰਕੈ, ਇਮ ਨੀਕੀ ਨਿਜ ਹਿਰਦੇ ਵਿਚਾਰੋ, ਬਸਨ ਹੇਤ ਥਲ ਜਾਏ ਨਿਹਾਰੋ, ਅਹੇ ਪਰਗਨਾ ਤੁਮਰੇ ਪਾਸ, ਥਲ ਆਛੋ ਪੇਖ ਕਰੋ ਆਵਾਸ। ਅੱਗੇ ਗੁਰੂ ਅਮਰਦਾਸ ਜੀ ਉਸ ਥਾਂ ਦਾ ਪਤਾ ਸਮਝਾਉਂਦੇ ਹਨ ਜਿੱਥੇ ਪੈਰ ਟਿਕਾ ਕੇ ਨਗਰ ਵਸਾਉਣ ਦੀ ਆਗਿਆ ਦਿੱਤੀ ਸੀ। ਗ੍ਰਾਮ ਤੁੰਗ ਤੇ ਅਹੇ ਉਰੇਰੇ, ਗਿਵਾਲੀ ਤੇ ਲੱਖੋ ਪਰੇਰੇ, ਹੈ ਸੁਲਤਾਨ ਵਿੰਡ ਜਿਸ ਨਾਮੂ, ਤਿਸ ਤੇ ਪਛਮ ਜਿਸ ਅਬਰਾਮੂ, ਤਹਾਂ ਜਾਏ ਕਰ ਗ੍ਰਾਮ ਬਸਾਵੋ, ਸੁੰਦਰ ਆਪਣੇ ਸਦਨ ਬਨਾਵੋ, ਜਿਤਕ ਦਰਬ ਲਾਗੇ ਸਹਿ ਥਾਨ, ਸੋ ਸਭ ਲਿਹੋ ਬਿਰਦ ਕੇ ਪਾਨ, ਜਬੇ ਸਦਨ ਤਹਿ ਲਿਹੁ ਚਨਾਏ, ਤਿਸ ਤੇ ਪੂਰਬ ਦਿਸ਼ ਤਬ ਜਾਏ, ਤਹਾਂ ਬੈਠ ਤੀਰਥ ਬਨਾਵੋ, ਚਾਰੋਂ ਦਿਸ ਤੇ ਭਲੇ ਬਨਾਵੋ। ਸੂਰਜ ਪ੍ਰਕਾਸ਼। ਸੁਲਤਾਨਵਿੰਡ ਦੀ ਜੂਹ ਵਿੱਚ ਗੁਰੂ ਕੇ ਚੱਕ ਦੀ ਮੋੜੀ ਗੱਡੀ ਗਈ। ਕਵੀ ਜੀ ਲਿਖਦੇ ਨੇ: ਗਾਡੋ ਮੋੜਾ ਗਾਡ ਕਰਿਓ ਹੈ, ਨਾਮ ਗੁਰੂ ਕੇ ਚੱਕ ਧਰਿਓ ਹੈ। ਗੁਰੂ ਜੀ ਨੇ ਘਰ-ਬਾਰ ਬਣਵਾਏ ਅਤੇ ਗੁਰੂ ਅਮਰਦਾਸ ਜੀ ਦੇ ਵਿਛੋੜੇ ਕਾਰਨ ਦਿਲ ਉਦਾਸ ਹੋ ਗਿਆ ਤਾਂ ਗੋਇੰਦਵਾਲ ਪਰਤ ਆਏ। ਕੁਝ ਸਮੇਂ ਪਿੱਛੋਂ ਅਚਾਨਕ ਹੀ ਸਤਿਗੁਰਾਂ ਨੇ ਗੁਰੂ ਕੇ ਚੱਕ ਜਾ ਕੇ ਸਰੋਵਰ ਦੀ ਸੇਵਾ ਲਈ ਆਗਿਆ ਕੀਤੀ, ਜੋ ਕਵੀ ਜੀ ਨੇ ਇਉਂ ਲਿਖੀ ਹੈ: ਜਿਹ ਪੁਰਬ ਤੁਮ ਸਰ ਖਿਨਵਾਓ, ਚਾਰ ਕੋਨ ਕੋ ਬਿਉਂਤ ਬਣਾਵੋ, ਸਰ ਸੰਤੋਖ ਨਾਮ ਤਿਸ ਰਾਖੋ, ਅਬ ਤਿਸ ਕਰਬੋ ਨਾਹਿ ਅਪਾਖੋ, ਤਿਸ ਤੇ ਉਰੇ ਨਿਮਰ ਥਲ ਜਹਾਂ, ਦੂਸਰ ਤਾਲ ਖਿਨਾਵੋ ਤਹਾਂ, ਸ੍ਰੀ ਅੰਮ੍ਰਿਤਸਰ ਨਾਮ ਤਰੀਜੈ, ਜਾਏ ਕਿਤਕ ਖਨਵਾਵਨ ਕੀਜੈ, ਸਮੇਂ ਪਾਏ ਪਾਕੋ ਹੋਏ ਸਾਰੋ, ਪ੍ਰਥਮ ਜਾਏ ਉਦਮ ਤੁਮ ਤਾਰੋ। ਸਤਿਗੁਰਾਂ ਨੇ ਉਸ ਨੀਵੀਂ ਥਾਂ ਦਾ ਵੀ ਪੂਰਾ ਅਤਾ ਪਤਾ ਦੇ ਦਿੱਤਾ ਜਿੱਥੇ ਸਰੋਵਰ ਪੁੱਟਿਆ ਜਾਣਾ ਸੀ ਅਤੇ ਇਹ ਫਰਮਾਨ ਵੀ ਕੀਤਾ ਕਿ ਸਰੋਵਰ ਸਮਾਂ ਪਾ ਕੇ ਪੱਕਾ ਹੋ ਜਾਵੇਗਾ, ਪਰ ਕਥਿਤ ਅੰਮ੍ਰਿਤ ਦੀ ਛਪੜੀ ਦਾ ਕਿਤੇ ਜ਼ਿਕਰ ਨਹੀਂ ਹੈ ਕਿ ਗੁਰੂ ਸਾਹਿਬ ਨੂੰ ਇਸ ਛਪੜੀ ਦਾ ਗਿਆਨ ਹੀ ਨਹੀਂ ਸੀ ਕਿ ਜਾਂ ਉਸ ਦਾ ਜ਼ਿਕਰ ਕਰਨਾ ਭੁੱਲ ਗਏ ਹੋਣਗੇ। ਕਵੀ ਸੰਤੋਖ ਸਿੰਘ ਜੀ ਨੂੰ ਜੇ ਇਸ ਦੁੱਖ ਭੰਜਨੀ ਬੇਰੀ ਦਾ ਪਤਾ ਲੱਗ ਚੁੱਕਾ ਤਾਂ ਉਹਨਾਂ ਜ਼ਿਕਰ ਜ਼ਰੂਰ ਕਰ ਦੇਣਾ ਸੀ। ਇੱਥੋਂ ਸਪਸ਼ਟ ਹੁੰਦਾ ਹੈ ਕਿ ਸੰਮਤ 1880 ਤੱਕ ਵੀ ਇਸ ਬੇਰੀ ਦੀ ਚਰਚਾ ਨਹੀਂ ਸੀ ਖਿਲਰੀ। ਸਰੋਵਰ ਦੀ ਪਟਵਾਈ ਆਰੰਭ ਕਰਨ ਸਮੇਂ ਦਾ ਜ਼ਿਕਰ ਕਵੀ ਜੀ ਨੇ ਇਉਂ ਕੀਤਾ ਹੈ: ਏਕ ਨਿਸਾ ਬਸ ਕਰ ਉਠ ਭੋਰ, ਕਰ ਸਨਾਨ ਗੇ ਪੂਰਬ ਔਰ, ਬ੍ਰਿਧ ਕੋ ਸੰਗ ਲਏ ਚਲ ਆਏ, ਸਤਿਗੁਰ ਜਿਸ ਦਿਸ ਪਤੇ ਬਤਾਏ। ਬਹੁ ਬਦਰੀ ਥਲ ਵਿਆਪਤ ਹੇਰਾ, ਅਹੇ ਨਿਮ ਜਲ ਥਿਰੇ ਕਨੇਰਾ, ਇਤ ਉਤ ਫਿਰ ਕਰ ਨਿਸ਼ਚੇ ਕੀਨਾ,
पता दीन सो नीके चीना। बिरद के सम्मत होए सो टोरा, सो थल पिखत फिरे चहु ओरा। बार बार निश्चय कर आछे, गुर बर ते सिरजन पर बाछे। करी ठीक तिस दिन फिर सारे, धरे चिन्ह कछ ग्राम पधारे। पठे सिख लैबे मिष्टान, अर मंजूर गन लेन महान। भई प्रभात क्रिया कर भले, ले नर टोल तिस दिश चले। श्री नानक आदि ले नाए, कर अरदास सीस नहुराए। बिरद बाच ते ले खननी हाथ, टक लायस चितवत गुरनाथ। सब में बाँट दियो मिष्टान, लगे खनन सगरे तिस थान। पूरी खोज पड़ताल करके ਸਰੋਵਰ ਦੇ ਥਾਂ ਦਾ ਫੈਸਲਾ ਕੀਤਾ। ਨਿਸ਼ਾਨ ਲਾਏ, ਸਤਿਗੁਰਾਂ ਦਾ ਨਾਮ ਲੈ ਕੇ ਅਰਦਾਸ ਕੀਤੀ। ਫਿਰ ਸਤਿਗੁਰੂ ਮਾਲਕ ਦਾ ਨਾਮ ਲੈ ਕੇ ਬਾਬਾ ਬੁੱਢਾ ਜੀ ਨੇ ਟੱਕ ਲਾਇਆ ਅਤੇ ਮਿੱਠਾ ਵੰਡਿਆ ਗਿਆ। ਫਿਰ ਸਰੋਵਰ ਦੀ ਪੁਟਾਈ ਆਰੰਭ ਹੋ ਗਈ। ਇੰਨੇ ਵਿਸਥਾਰ ਨਾਲ ਸਰੋਵਰ ਦੀ ਪੁਟਾਈ ਆਰੰਭ ਹੋਣ ਦਾ ਪੂਰਾ ਹਾਲ ਲਿਖਣ ਵਾਲੇ ਭਾਈ ਸੰਤੋਖ ਸਿੰਘ ਜੀ ਕਥਤ ਰਜਨੀ ਵਾਲੇ ਅਦਭੁਤ ਸਾਕੇ ਬਾਰੇ 2 ਅੱਖਰ ਲਿਖਣੇ ਕਿਵੇਂ ਭੁੱਲ ਸਕਦੇ ਹਨ। ਨੋਟ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਿਸੇ ਹੋਰ ਥਾਂ ਜੇ ਇਹ ਸਾਖੀ ਲਿਖੀ ਹੋਵੇਗੀ ਤਾਂ ਉਹ ਕੇਵਲ ਉਹਨਾਂ ਬ੍ਰਾਹਮਣਾਂ ਦੀ ਸ਼ਰਾਰਤ ਹੀ ਹੋ ਸਕਦੀ ਹੈ ਜਿਹੜੇ ਆਪਣੀ ਕਾਵਿ ਵਿਦਿਆ ਦੇ ਆਸਰੇ ਮਹਾਰਾਜਾ ਕੈਥਲ ਭਾਈ ਉਦੇ ਸਿੰਘ 'ਤੇ ਆਪਣਾ ਅਸਰ ਪਾਉਣ ਵਿੱਚ ਸਫਲ ਹੋ ਗਏ ਸਨ ਅਤੇ ਜਿਨ੍ਹਾਂ ਨੂੰ ਮਹਾਰਾਜੇ ਨੇ ਮਹਾਨ ਗ੍ਰੰਥ ਲਿਖਣ ਦੀ ਸੇਵਾ ਵਿੱਚ ਭਾਈ ਸੰਤੋਖ ਸਿੰਘ ਜੀ ਦੇ ਨਾਲ ਰਹਿਣ ਦੀ ਆਗਿਆ ਦੇ ਦਿੱਤੀ ਸੀ। ਨੋਟ, ਪੜ੍ਹੋ ਭਾਸ਼ਾ ਵਿਭਾਗ ਪੰਜਾਬ ਵੱਲੋਂ ਲਿਖੀ ਪੁਸਤਕ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਕੀ ਪ੍ਰਸਤਾਵਨਾ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 3, ਚੌਥੇ ਕਾਂਡ ਦਾ 2 ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।